ਹੈਲੋ ਜੀ। ਅੱਜ ਫਿਰ ਜਿਹੜੀ ਅਗਲੀ ਗੱਲ ਕਰਨੀ ਆਪਾਂ ਬੈੱਡ ਵਿੱਚੋਂ ਮੈਂ ਹਲੇ ਕਰਦਾ। ਮੈਂ ਜਿੱਦਾਂ ਪਹਿਲਾਂ ਦੱਸਿਆ ਸੀਗਾ ਕਿ ਸਿਹਤ ਹਜੇ ਇਜਾਜ਼ਤ ਦਿੰਦੀ ਨਹੀਂ ਕਿ ਬਾਹਰ ਬੈਠ ਕੇ ਇੱਕ ਚੇਅਰ ਦੇ ਉੱਪਰ ਕੋਈ ਗੱਲ ਕਰ ਹੋਵੇ। ਸੋ ਮੈਂ ਆਪਣੇ ਬੈੱਡ ਤੋਂ ਹੀ ਹਲੇ ਗੱਲ ਕਰਦਾ। ਅੱਜ ਮੈਂ ਜਿਹੜਾ ਵਿਸ਼ੇ 'ਤੇ ਗੱਲ ਕਰਨੀ ਸੀਗੀ ਉਹ ਜ਼ਰੂਰੀ ਹੈਗੀ ਆ। ਉਹ ਵਿਸ਼ਾ ਹੈਗਾ ਮੇਰੇ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਬਾਰੇ, ਉਹਨਾਂ ਦੀ ਫਿਲਾਸਫੀ ਦੇ ਬਾਰੇ। ਜਿੰਨਾ ਕੁ ਮੈਂ ਸਮਝਿਆ ਉਹਦੇ ਹਿਸਾਬ ਨਾਲ ਮੈਂ ਚਲੋ ਆਪਣੀ ਗੱਲ ਸ਼ੇਅਰ ਕਰਦਾ। ਚੰਗੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼। ਅਤੇ ਜੇ ਕੋਈ ਗਲਤ ਕਹਿ ਹੋ ਗਿਆ ਹੋਵੇ ਤਾਂ ਪਹਿਲੇ ਮਾਫੀ ਮੰਗਦਾ, ਕਿਉਂਕਿ ਹਜੇ ਗੱਲ ਪੂਰੀ ਕਲੀਅਰ ਵੀ ਨਹੀਂ ਹੁੰਦੀ ਅਤੇ ਗੱਲ ਪੂਰੀ ਸਮਝ ਆਉਂਦੀ ਵੀ ਨਹੀਂ ਕਈ ਵਾਰੀ। ਬਹੁਤ ਸਾਲ ਪਹਿਲਾਂ ਜਦੋਂ ਮੈਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ, ਉਹਨਾਂ ਦੀ ਫਿਲਾਸਫੀ, ਉਹਨਾਂ ਦੀ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਇੱਕ ਸਮਝ ਇਹ ਲੱਗੀ ਕਿ ਦੇਖੋ ਸਦੀਆਂ ਤੋਂ ਕਾਫੀ ਹਜ਼ਾਰਾਂ ਸਾਲਾਂ ਤੋਂ ਜਿਹੜਾ ਪੰਡਤ ਸੀਗਾ, ਜਿਹੜਾ ਬ੍ਰਾਹਮਣ ਸੀਗਾ, ਉਹ ਲੋਕਾਂ ਨੂੰ ਸਿਰਫ ਬੇਵਕੂਫ ਬਣਾਉਂਦਾ ਸੀ ਪਰਮਾਤਮਾ ਦੇ ਨਾਂ 'ਤੇ, ਰੱਬ ਦੇ ਨਾਂ 'ਤੇ। ਉਹ ਕਦੀ ਅੱਗ ਨੂੰ ਅਗਨੀ ਦੇਵਤਾ ਬਣਾ ਲਿਆ, ਕਦੀ ਪਾਣੀ ਮੀਂਹ ਪੈਂਦੇ ਨੂੰ ਇੰਦਰ ਦੇਵਤਾ ਬਣਾ ਲਿਆ। ਉਹ ਮਾਹਰ ਸੀਗਾ ਕਹਾਣੀਆਂ ਘੜਨ ਦੇ ਵਿੱਚ। ਜਿਹੜਾ ਪੰਡਤ ਆ ਉਹ ਕਹਾਣੀਆਂ ਘੜਨ ਦਾ ਖਾਂਦਾ। ਉਹ ਸਿਰਫ ਕਹਾਣੀਆਂ ਘੜ ਕੇ ਲੋਕਾਂ ਤੋਂ ਪੈਸੇ ਲੁੱਟਦਾ ਸੀ। ਆਪਣੀ ਰੋਜੀ ਰੋਟੀ ਉਹਦੀ ਇਹੀ ਚੱਲਦੀ ਸੀ ਕਿ ਕਹਾਣੀ ਸੁਣਾ ਕੇ ਅਤੇ ਲੋਕਾਂ ਨੂੰ ਮਸਤ ਕਰਕੇ ਬਸ ਪੈਸੇ ਲਈ ਜਾਓ, ਖੱਟੀ ਖਾਈ ਜਾਓ ਉਹਦੀ। ਤਾਂ ਉਸ ਟਾਈਮ ਭਾਰਤ ਵਿੱਚ 3 ਬਹੁਤ ਵੱਡੇ ਜਿਹੜੇ ਕ੍ਰਾਂਤੀਕਾਰੀ ਗੁਰੂ ਹੋਏ, ਉਹਨੇ ਜਨਮ ਲਿਆ, ਜਿਨ੍ਹਾਂ ਵਿੱਚ ਪਹਿਲਾ ਨਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਆਉਂਦਾ, ਫਿਰ ਆਉਂਦਾ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦਾ, ਔਰ ਫਿਰ ਸਤਿਗੁਰੂ ਨਾਨਕ ਮਹਾਰਾਜ ਜੀ। ਉੱਤਰ ਦੇ ਇਲਾਕੇ ਦੇ ਵਿੱਚ ਸਤਿਗੁਰੂ ਨਾਨਕ ਮਹਾਰਾਜ ਜੀ ਆਏ। ਭਾਵੇਂ ਕਿ ਤਿੰਨਾਂ ਮਹਾਂਪੁਰਸ਼ਾਂ ਦੀ ਜਿਹੜੀ ਪਰਵਰਿਸ਼ ਆ ਉਹ ਵੱਖਰੇ ਤਰੀਕੇ ਦੀ ਸੀਗੀ, ਪਰ ਸੋਚ ਇੱਕ ਹੀ ਸੀਗੀ ਕਿ ਜੋ ਬ੍ਰਾਹਮਣ ਲੁੱਟ ਰਿਹਾ ਸਮਾਜ ਨੂੰ, ਦੁਨੀਆ ਨੂੰ, ਵੀ ਉਹ ਲੋਕਾਂ ਨੂੰ ਉਹਦੇ ਚੁੰਗਲ 'ਚੋਂ ਛਡਾਉਣਾ ਆ। ਸਤਿਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ, ਸਾਫ਼ ਕਿਹਾ ਕਿ ਤੂੰ ਹੀ ਮੇਰਾ ਪਿਤਾ, ਤੂੰ ਹੀ ਮੇਰਾ ਮਾਤਾ, ਤੂੰ ਹੀ ਮੇਰਾ ਬੰਧਪ, ਤੂੰ ਹੀ ਮੇਰਾ ਭਰਾਤਾ। ਉਹਨੇ ਵੀ ਪਰਮਾਤਮਾ ਨੂੰ ਸਰਬਸ਼੍ਰੇਸ਼ਠ ਕਰਤਾ ਕਿ ਪਰਮਾਤਮਾ ਹੀ ਮੇਰਾ ਸਭ ਕੁਛ ਆ, ਆਪਣਾ ਸਭ ਕੁਛ ਆ। ਹੁਣ ਇਸ ਗੱਲ ਨੂੰ ਥੋੜ੍ਹਾ ਜਿਹਾ ਕਲੀਅਰਲੀ ਸਮਝੀਏ ਨਾ। ਉਹਨੇ ਕਿਹਾ ਕਿ ਪਰਮਾਤਮਾ ਅਤੇ ਆਪਣੇ ਵਿੱਚ ਕੋਈ ਫਰਕ ਨਹੀਂ ਹੈਗਾ। ਅਸੀਂ ਉਸੇ ਦੀ ਜੋਤ ਆ। ਅਸੀਂ ਸਭ ਮੇਂ ਜੋਤ ਹੈ ਸੋਏ, ਜੋਤੇ ਅੰਦਰ ਬਾਹਰ ਨਾ ਕੋਏ। ਇਸੇ ਕਰਕੇ ਸਤਿਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ ਕਿ ਏਕ ਓਂਕਾਰ ਸਿਰਫ ਇੱਕੋ ਹੀ ਆ, ਔਰ ਉਹ ਸਾਰਿਆਂ ਦਾ ਦੋਸਤ ਹੈ। ਉਹ ਕਿਸੇ ਦਾ ਵੀ ਦੁਸ਼ਮਣ ਨਹੀਂ ਹੈਗਾ। ਉਹ ਕਿਸੇ ਦਾ ਮਾੜਾ ਨਹੀਂ ਕਰਦਾ, ਨਾ ਕਰਨਾ ਚਾਹੁੰਦਾ, ਨਾ ਉਹ ਕਰਦਾ, ਨਾ ਉਹਨੇ ਕਰਨਾ। ਪਰ ਬ੍ਰਾਹਮਣ ਸਾਨੂੰ ਇਹ ਸਿਖਾਉਂਦਾ ਸੀਗਾ ਕਿ ਜੇ ਤੁਸੀਂ ਕੁਛ ਕੀਤਾ ਤਾਂ ਰੱਬ ਤੁਹਾਨੂੰ ਸਜ਼ਾ ਦੇਊਗਾ, ਜੇ ਕਰੂਗਾ, ਉਹ ਕਰੂਗਾ। ਸਾਨੂੰ ਡਰਾਉਂਦਾ ਸੀ, ਬ੍ਰਾਹਮਣ ਸਾਨੂੰ ਡਰਾਉਂਦਾ ਸੀ। ਇਹ ਜਿਹੜੇ ਕ੍ਰਾਂਤੀਕਾਰੀ ਗੁਰੂ ਹੋਏ, ਇਹਨੇ ਸਾਨੂੰ ਡਰਾਵੇ 'ਚੋਂ ਬਾਹਰ ਕੱਢਿਆ, ਉਸ ਡਰ 'ਚੋਂ ਬਾਹਰ ਕੱਢਿਆ, ਔਰ ਸਿੱਧੇ ਹੋ ਕੇ ਰੱਬ ਨੂੰ ਮੰਨਣ ਦੀ ਗੱਲ ਕਹੀ। ਇਸ ਤਰ੍ਹਾਂ ਸਤਿਗੁਰੂ ਕਬੀਰ ਜੀ ਮਹਾਰਾਜ ਨੇ ਸਾਫ਼ ਹੀ ਕਿਹਾ, ਆਪਣੀ ਬਾਣੀ ਵਿੱਚ ਸਾਫ਼ ਲਿਖਿਆ ਕਿ ਜੇ ਤੂੰ ਬ੍ਰਾਹਮਣ ਆ, ਬ੍ਰਾਹਮਣੀ ਜਾਇਆ ਤੂੰ, ਤਾਂ ਤੂੰ ਫਿਰ ਕਿਸੇ ਹੋਰ ਤਰੀਕੇ ਨਾਲ ਕਿਉਂ ਨਹੀਂ ਪੈਦਾ ਹੋਇਆ? ਤੂੰ ਵੀ ਸਾਡੇ ਵਾਂਗੂ ਕਿਉਂ ਪੈਦਾ ਹੋਇਆ? ਤੂੰ ਵੀ ਉਸੇ ਤਰੀਕੇ ਨਾਲ ਕਿੱਦਾਂ ਪੈਦਾ ਹੋ ਸਕਦਾ? ਫਿਰ ਤੈਨੂੰ ਤਾਂ ਫਿਰ ਰੱਬ ਤੋਂ ਵੱਖਰੇ ਤਰੀਕੇ ਦੇ ਨਾਲ ਕੋਈ ਵੱਖਰਾ ਤਰੀਕਾ ਬਣਾ ਕੇ ਰੱਬ ਨੂੰ ਤੈਨੂੰ ਭੇਜਣਾ ਚਾਹੀਦਾ ਸੀਗਾ, ਕਿਉਂਕਿ ਤੂੰ ਰੱਬ ਨੇ ਤੈਨੂੰ ਇੱਥੇ ਅਪੁਆਇੰਟ ਕੀਤਾ ਹੋਇਆ, ਤੈਨੂੰ ਇੱਥੇ ਡਿਊਟੀ ਲਾਈ ਤਰੀਕੇ ਲੋਕਾਂ ਨੂੰ ਰੱਬ ਦਾ ਪਾਠ ਪੜ੍ਹਾਉਣ ਦੀ। ਜਦੋਂ ਗੱਲ ਸਤਿਗੁਰੂ ਰਵਿਦਾਸ ਜੀ ਮਹਾਰਾਜ 'ਤੇ ਆਉਂਦੀ ਆ ਤਾਂ ਉਹਨੇ ਗੱਲ ਬਿਲਕੁਲ ਕਲੀਅਰ ਕਰ ਦਿੱਤੀ। ਇਹ ਗੱਲ, ਜਿਸ ਗੱਲ ਦਾ ਸਮੇਂ ਦੇ ਪੰਡਤ ਕੋਲ ਕੋਈ ਜਵਾਬ ਹੈ ਹੀ ਨਹੀਂ ਸੀਗਾ, ਕੋਈ ਵੀ ਜਵਾਬ ਨਹੀਂ ਸੀਗਾ।
ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਜਿਹਨੇ ਪੰਡਤ ਦੀਆਂ ਅੱਖਾਂ ਵੀ ਖੋਲ੍ਹਤੀਆਂ ਅਤੇ ਕੰਨ ਵੀ ਖੋਲ੍ਹਤੇ, ਉਹ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਿਕ ਜਲ ਤਰੰਗ ਜੈਸਾ। ਬ੍ਰਾਹਮਣ ਲੋਕਾਂ ਨੂੰ ਡਰਾਉਂਦਾ ਸੀਗਾ ਕਿ ਤੂੰ ਰੱਬ ਨਾਲ ਜੇ ਤੂੰ ਇੱਦਾਂ ਕਰੇਗਾ ਜਾਂ ਬ੍ਰਾਹਮਣ ਦੀ ਪੰਡਤ ਦੀ ਗੱਲ ਨਾ ਸੁਣੇਗਾ ਤਾਂ ਰੱਬ ਤੈਨੂੰ ਸਜ਼ਾ ਦੇਊਗਾ। ਅਤੇ ਲੋਕ ਡਰਦੇ ਸੀ। ਲੋਕਾਂ ਨੂੰ ਜਾਤਾਂ ਪਾਤਾਂ ਵਿੱਚ ਵੰਡ ਕੇ ਬ੍ਰਾਹਮਣ ਆਪਣਾ ਉੱਲੂ ਸਿੱਧਾ ਕਰਦਾ ਸੀ, ਹੋਰ ਕੁਛ ਨਹੀਂ ਕਰਦਾ ਸੀ। ਅਤੇ ਨਾਲ ਨਾਲ ਕਹਾਣੀਆਂ ਬਣਾ ਕੇ ਲੋਕਾਂ ਨੂੰ ਸੁਣਾਉਂਦਾ ਸੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਸਾਫ਼ ਕਹਿ ਦਿੱਤਾ ਕਿ ਹੇ ਇਨਸਾਨ, ਤੇਰੇ ਔਰ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਤੂੰ ਰੱਬ ਆ, ਰੱਬ ਹੀ ਤੂੰ ਆ। ਇੰਨਾ ਕੁ ਫਰਕ ਹੈਗਾ ਜਿੱਦਾਂ ਇੱਕ ਸੋਨਾ ਅਤੇ ਸੋਨੇ ਤੋਂ ਬਣੇ ਗਹਿਣੇ ਹੋਣ, ਇੰਨਾ ਕੁ ਫਰਕ ਆ ਬਸ। ਰੱਬ ਸੋਨੇ ਦਾ ਭੰਡਾਰ ਆ ਅਤੇ ਅਸੀਂ ਉਹਦੇ ਬਣੇ ਹੋਏ ਗਹਿਣੇ ਆ। ਰੱਬ ਇੱਕ ਬਹੁਤ ਵਿਸ਼ਾਲ ਸਮੁੰਦਰ ਆ ਅਤੇ ਅਸੀਂ ਉਸ ਸਮੁੰਦਰ ਦੀਆਂ ਲਹਿਰਾਂ ਆ। ਲਹਿਰਾਂ ਸਮੁੰਦਰ ਵਿੱਚੋਂ ਉੱਠਦੀਆਂ ਅਤੇ ਸਮੁੰਦਰ ਵਿੱਚ ਹੀ ਚਲ ਜਾਂਦੀਆਂ। ਮਤਲਬ ਰੱਬ ਵਿੱਚ ਅਤੇ ਬੰਦੇ 'ਚ ਕੋਈ ਫਰਕ ਨਹੀਂ ਹੈਗਾ। ਇਨਸਾਨ 'ਚ ਅਤੇ ਰੱਬ 'ਚ ਕੋਈ ਫਰਕ ਨਹੀਂ। ਇਨਸਾਨ ਰੱਬ ਦੀ ਅਲਟੀਮੇਟ ਕ੍ਰੀਏਸ਼ਨ ਆ। ਜਦੋਂ ਇਹ ਗੱਲ ਕੀਤੀ ਤਾਂ ਉਸ ਸਮੇਂ ਦੇ ਪੰਡਤ ਕੋ, ਸਮੇਂ ਦੇ ਬ੍ਰਾਹਮਣ ਕੋ ਕੋਈ ਉਹਦਾ ਜਵਾਬ ਆਇਆ ਹੀ ਨਹੀਂ ਕਿ ਇਹ ਤਾਂ ਉਹੋ ਜਿਹੀ ਗੱਲ ਕਰਤੀ। ਮੈਂ ਤਾਂ ਲੋਕਾਂ ਨੂੰ ਬੇਵਕੂਫ ਬਣਾਉਂਦਾ ਸੀ ਰੱਬ ਦੇ ਨਾਂ 'ਤੇ, ਇਹਨ ਤਾਂ ਭੇਦ ਹੀ ਖੋਲ੍ਹਤਾ ਕਿ ਰੱਬ ਅਤੇ ਸਾਡੇ 'ਚ ਫਰਕ ਹੀ ਹੈ ਨਹੀਂ ਗਾ। ਇਸੇ ਕਰਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ, ਕਬੀਰ ਜੀ ਮਹਾਰਾਜ ਜੀ ਨੂੰ ਕਾਂਚੀ ਦੇ ਗੜ੍ਹ ਵਿੱਚ ਰਹਿੰਦਿਆਂ ਹੋਇਆਂ ਵੀ ਬ੍ਰਾਹਮਣ ਕਦੀ ਕੁਛ ਕਰ ਨਾ ਸਕੇ, ਕਦੀ ਉਹਨਾਂ ਦੇ ਨਾਲ ਬਹਿਸ ਨਾ ਕਰ ਸਕੇ, ਕਦੀ ਉਹਨਾਂ ਦੇ ਨਾਲ ਉਹ ਜ਼ਬਾਨ ਨਾ ਲੜਾ ਸਕੇ, ਕਿਉਂਕਿ ਅਲਟੀਮੇਟ ਗੱਲ ਕਰਨ ਵਾਲੇ ਇਹ ਕ੍ਰਾਂਤੀਕਾਰੀ ਗੁਰੂ ਹੋਏ ਆ। ਇਹੀ ਗੱਲ ਸਤਿਗੁਰੂ ਨਾਨਕ ਮਹਾਰਾਜ ਜੀ ਨੇ ਕੀਤੀ ਉੱਤਰ ਦੇ ਇਲਾਕੇ ਦੇ ਵਿੱਚ। ਇਹ ਤਿੰਨੇ ਕ੍ਰਾਂਤੀਕਾਰੀ ਜਿਹੜੇ ਗੁਰੂ ਸੀਗੇ, ਇਹ ਕਿਸੇ ਵੀ ਤਰ੍ਹਾਂ ਦੀ ਕਹਾਣੀਆਂ ਵਿੱਚ ਵਿਸ਼ਵਾਸ ਕਰਦੇ ਹੀ ਨਹੀਂ ਸੀ। ਪਰ ਫਿਰ ਵੀ ਸਮੇਂ ਸਮੇਂ ਦੇ ਨਾਲ ਇਹੋ ਜਿਹੀਆਂ ਕਹਾਣੀਆਂ ਇਹਦੇ ਨਾਲ ਜੋੜੀਆਂ ਗਈਆਂ ਲੋਕਾਂ ਵੱਲੋਂ ਕਿ ਇਹਨਾਂ ਦੀ ਆਪਣੀ ਕ੍ਰੈਡੀਬਿਲਿਟੀ ਨੂੰ ਘੱਟ ਕਰਨ ਦੇ ਲਈ ਉਹਨਾਂ ਦੇ ਨਾਲ ਕਹਾਣੀ ਜੋੜ ਕੇ ਇਹ ਸ਼ੋਅ ਕੀਤਾ ਕਿ ਕਰਾਮਾਤਾਂ ਦੇ ਕਰਕੇ ਇਹ ਜਿਹੜੇ ਗੁਰੂ ਆ ਇਹ ਕਾਮਯਾਬ ਹੋਏ। ਇੱਕ ਛੋਟੀ ਜਿਹੀ ਗੱਲ ਮੈਂ ਸ਼ੇਅਰ ਕਰਦਾ, ਤੁਸੀਂ ਆਪਣੇ ਦਿਮਾਗ ਨਾਲ ਸੋਚਿਓ। ਗੰਗਾ ਇੱਕ ਨਦੀ ਆ, ਮਤਲਬ ਇੱਕ ਨਹਿਰ ਆ, ਇੱਕ ਦਰਿਆ ਆ। ਉਹਦੇ ਵਿੱਚੋਂ ਹੱਥ ਕਿਹਦਾ ਨਿਕਲ ਸਕਦਾ? ਕਿਹੜੀ ਜਨਾਨੀ ਦਾ ਹੱਥ ਨਿਕਲ ਸਕਦਾ ਉੱਥੋਂ? ਕਿੱਦਾਂ ਉਹਨੇ ਹੱਥ ਕੱਢ ਕੇ ਦਮੜੀ ਫੜ ਲਈ ਅਤੇ ਕਿੱਦਾਂ ਉਹਨੇ ਕੰਗਣ ਦੇ ਦਿੱਤਾ? ਇਹ ਮਹਿਜ ਇੱਕ ਕਹਾਣੀ ਹੈ, ਇਸ ਤੋਂ ਵੱਧ ਕੁਛ ਨਹੀਂ ਹੈਗਾ। ਤੁਸੀਂ ਹਰ ਸਾਲ ਉੱਥੇ ਦੇਖੋ ਜਾਂਦੇ, ਦੁਨੀਆ ਹਜ਼ਾਰਾਂ ਕਰੋੜਾਂ ਲੋਕ ਜਾਂਦੇ, ਉੱਥੇ ਕਰੋੜਾਂ ਲੋਕ ਜਾਂਦੇ ਆ। ਹਜ਼ਾਰਾਂ ਸਾਲ ਹੋ ਗਏ, ਕਿਸੇ ਹੋਰ ਕਰਕੇ ਗੰਗਾ ਨੇ ਹੱਥ ਕਾਹਤੇ ਨਹੀਂ ਕੱਢਿਆ? ਪਤਾ ਕਿਉਂ? ਕਿਉਂਕਿ ਬ੍ਰਾਹਮਣ ਚਾਹੁੰਦਾ ਸੀਗਾ ਕਿ ਅਸਲ ਦੇ ਵਿੱਚ ਜਿਹੜੀ ਗੰਗਾ ਉਹ ਸੱਚੀ ਮੁੱਚੀ ਹੀ ਉਹ ਇੱਕ ਲੇਡੀ ਆ, ਉਹ ਇੱਕ ਦੇਵੀ ਆ। ਉਹਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਛੋਟੇ ਪਾਤਾ ਬ੍ਰਾਹਮਣ ਨੇ, ਅਤੇ ਗੰਗਾ ਨੂੰ ਵੱਡਿਆਂ ਫੇਕ ਕਰ ਦਿੱਤਾ। ਆਪਣੀ ਉਹ ਚਾਲ ਵਿੱਚ ਕਾਮਯਾਬ ਹੋ ਗਿਆ ਅਤੇ ਅਸੀਂ ਦਮੜੀ ਯਾਤਰਾ, ਅਸੀਂ ਇਹ ਯਾਤਰਾ, ਉਹ ਯਾਤਰਾ, ਅਸੀਂ ਫੇਰ ਬੇਵਕੂਫ ਬਣੇ ਉਹ ਕੰਮ ਕਰੀ ਜਾਂਦੇ ਹਾਂ। ਸਾਨੂੰ ਗੁਰੂ ਰਵਿਦਾਸ ਮਹਾਰਾਜ ਦਾ ਚੇਤਾ ਉਦੋਂ ਹੀ ਆਉਂਦਾ ਜਦੋਂ ਉਹਨਾਂ ਦਾ ਗੁਰਪੁਰਬ ਆਉਂਦਾ। ਉਦੋਂ ਖੁੰਬਾਂ ਵਾਂਗੂ ਸਾਡੇ ਕਲਾਕਾਰ ਨਿਕਲਦੇ, ਜੈ ਗੁਰਦੇਵ, ਜੈ ਗੁਰਦੇਵ। ਕੋਈ ਇਹ ਗੱਲ ਨੂੰ ਸਮਝਦਾ ਹੀ ਨਹੀਂ ਕਿ ਅਸਲ 'ਚ ਗੁਰੂਦੇਵ ਮਹਾਰਾਜ ਕਹਿੰਦੇ ਕੀ ਸੀ। ਕਿਸੇ ਨੇ ਵੀ ਪੜ੍ਹਾਈ ਕਰਨ ਦੀ ਟਰਾਈ ਨਹੀਂ ਕੀਤੀ, ਕਿਸੇ ਨੇ ਵੀ ਉਹ ਗੱਲ ਨੂੰ ਸਮਝਣ ਦੀ ਟਰਾਈ ਨਹੀਂ ਕੀਤੀ। ਇਹੀ ਗੱਲ ਸਤਿਗੁਰੂ ਨਾਨਕ ਮਹਾਰਾਜ ਜੀ ਦੀ, ਉਹਨੇ ਇੰਨਾ ਪ੍ਰੈਕਟੀਕਲ ਤਰੀਕੇ ਨਾਲ ਲੋਕਾਂ ਨੂੰ ਸਮਝਾਇਆ। ਅਤੇ ਅਜੇ ਵੀ ਜਿਹੜੇ ਲੋਕ ਆ ਉਹ ਦੇਖੋ ਪੁੱਠੇ ਕੰਮ ਕਰਦੇ। ਹਜੇ ਵੀ ਉਹ ਲਓ ਜੀ ਪੱਥਰ ਰੋਕਤਾ ਜੀ, ਬਾਬੇ ਨਾਨਕ ਨੇ ਹੱਥ ਨਾਲ ਪੱਥਰ ਰੋਕਤਾ ਔਰ ਪੰਜਾ ਸਾਹਿਬ ਬਣਾ ਦਿੱਤਾ। ਇਹ ਕਹਾਣੀਆਂ ਪੰਡਤ ਦੁਆਰਾ ਘੜੀਆਂ ਗਈਆਂ ਹੁੰਦੀਆਂ। ਅਤੇ ਹੁਣ ਵੀ ਸਾਡਾ ਹਾਲਾਤ ਇਹ ਆ, ਸਾਡੇ ਲੋਕਾਂ ਦੇ, ਸਪੈਸ਼ਲੀ ਭਾਰਤੀ ਲੋਕਾਂ ਦੇ, ਉਹ ਕਹਾਣੀਆਂ ਸੁਣਨੀਆਂ ਲਾਈਕ ਕਰਦੇ ਕਿ ਸਾਨੂੰ ਕਹਾਣੀ ਇਹੋ ਜਿਹੀ ਸੁਣਾਓ ਅਤੇ ਅਸੀਂ ਮੰਤਰ ਮੁਗਧ ਹੋ ਕੇ ਬਹਿ ਜਾਈਏ, ਅੱਖਾਂ ਮੀਟ ਕੇ ਜੈ ਗੁਰਦੇਵ ਕਰੀ ਜਾਈਏ। ਅਤੇ ਜਿਹੜਾ ਕਹਾਣੀ ਸੁਣਾਉਣ ਵਾਲਾ ਉਹ ਬੋਝੇ ਭਰੇ ਅਤੇ ਜਾਵੇ ਘਰ ਨੂੰ। ਚਲੋ ਜੀ,
ਨੋ ਡਾਊਟ ਪਰਮਾਤਮਾ ਹੈ, ਪਰ ਗੁਰੂ ਦੀ ਬਾਣੀ ਨੂੰ ਸਮਝੋ ਕਿ ਉਹ ਕਹਿੰਦੇ ਕੀ ਆ ਕਿ ਪਰਮਾਤਮਾ ਤੁਹਾਡੇ ਵਿੱਚ ਆ, ਤੁਸੀਂ ਪਰਮਾਤਮਾ ਆ, ਤੁਸੀਂ ਪਰਮਾਤਮਾ ਦਾ ਰੂਪ ਹੈ। ਉਹਨੂੰ ਸਮਝਣ ਲਈ ਇੱਕ ਵਿਗਿਆਨ ਆ, ਇੱਕ ਸਾਇੰਸ ਆ ਜਿਹੜੀ ਪਰਮਾਤਮਾ ਨਾਲ ਸਾਨੂੰ ਮਿਲਦੀ ਆ, ਔਰ ਉਹ ਸਾਇੰਸ ਹੈਗੀ ਆ ਤਨ ਮਨ ਅਰਪੋਂ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ। ਉਹ ਇਹ ਆ ਕਿ ਆਪਣੇ ਤਨ ਮਨ ਨੂੰ ਉਸ ਪਰਮਾਤਮਾ ਦੇ ਹਵਾਲੇ ਕਰਕੇ, ਤਨ ਆਪਣੀ ਸਰੀਰ ਔਰ ਮਨ ਆਪਣਾ ਦਿਮਾਗ, ਦਿਲ ਦਿਮਾਗ ਉਸ ਪਰਮਾਤਮਾ ਨੂੰ ਤੁਸੀਂ ਜਦੋਂ ਅਰਪਣ ਕਰ ਦਿੰਦੇ ਤੁਹਾਨੂੰ ਫਿਰ ਗੁਰੂ ਪ੍ਰਸਾਦ ਨਿਰੰਜਨ ਪਾਵੋ, ਤੁਸੀਂ ਫਿਰ ਪਰਮਾਤਮਾ ਨੂੰ ਪਾ ਜਾਂਦੇ ਆ। ਪ੍ਰਸਾਦ ਦੇ ਰੂਪ 'ਚ ਪਰਮਾਤਮਾ ਤੁਹਾਨੂੰ ਆਪਣੇ ਆਪ ਨੂੰ ਤੁਹਾਨੂੰ ਸੌਂਪ ਦਿੰਦਾ। ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕ ਹੋਰ ਛੋਟਾ ਸ਼ਬਦ ਤੁਸੀਂ ਸਮਝੋ ਇਸ ਨੂੰ, ਜਦੋਂ ਉਹ ਕਹਿੰਦੇ ਨਾ ਕਿ ਹਮ ਛੂਟੇ ਤੁਮ ਅਰਾਧੇ, ਕਿ ਪਰਮਾਤਮਾ ਤੂੰ ਮੈਨੂੰ ਆਪਣੇ ਜਾਲ 'ਚ ਫਸਾਉਣ ਦੀ ਟਰਾਈ ਕੀਤੀ, ਜਾਂ ਮੈਂ ਦੁਨੀਆ ਦੇ ਜੰਜਾਲ ਵਿੱਚ ਫਸਾਉਣ ਦੀ ਟਰਾਈ ਕੀਤੀ, ਮੈਂ ਉਸ ਕੰਮ 'ਚੋਂ ਨਿਕਲ ਗਿਆ, ਮੈਂ ਤੈਨੂੰ ਆਪਣੇ ਵੱਸ ਵਿੱਚ ਕਰ ਲਿਆ, ਤੈਨੂੰ ਮੈਂ ਆਪਣੇ ਪਿਆਰ ਵਿੱਚ ਫਸਾ ਲਿਆ, ਤੂੰ ਹੁਣ ਨਿਕਲ ਕੇ ਦਿਖਾ, ਤੂੰ ਨਿਕਲ ਕੇ ਦਿਖਾ। ਮਤਲਬ ਇਹ ਗੱਲ ਦਾ ਕਿ ਗੁਰੂ ਰਵਿਦਾਸ ਮਹਾਰਾਜ ਸਾਫ਼ ਕਹਿੰਦੇ ਕਿ ਮੈਂ ਰੱਬ ਨੂੰ ਆਪਣੇ ਕਾਬੂ ਕਰ ਲਿਆ ਹੋਇਆ। ਇਹ ਤੁਸੀਂ ਵੀ ਕਰ ਸਕਦੇ, ਮੈਂ ਵੀ ਕਰ ਸਕਦਾ, ਤੁਸੀਂ ਵੀ ਕਰ ਸਕਦੇ। ਸਿਰਫ ਇਹ ਗੱਲ ਹੈ ਕਿ ਸਮਝਣਾ ਪੈਣਾ ਕਿ ਰੱਬ ਨੂੰ ਕਾਬੂ ਕਰਨ ਲਈ ਕਿੱਦਾਂ ਕਾਬੂ ਹੋਣਾ, ਤੁਸੀਂ ਕਿੱਦਾਂ ਕਰਨਾ। ਬਾਣੀ ਸਾਫ਼ ਕਹਿੰਦੀ ਆ ਕਿ ਤੁਸੀਂ ਆਪਣੇ ਆਪ 'ਤੇ ਕਾਬੂ ਪਾ ਲਿਆ, ਸਮਝੋ ਰੱਬ 'ਤੇ ਕਾਬੂ ਪਾ ਲਿਆ, ਆਪਣੇ ਆਪ 'ਤੇ ਕਾਬੂ ਪਾ ਲਿਆ, ਰੱਬ 'ਤੇ ਕਾਬੂ ਪਾ ਲਿਆ। ਇਹੀ ਗੱਲ ਇੱਕ ਬੇਗਮਪੁਰਾ ਸ਼ਬਦ ਸਾਡੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ, ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੇ ਥਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਬੇਗਮਪੁਰਾ ਸ਼ਬਦ ਦਾ ਅਰਥ ਅਸਲ ਦੇ ਵਿੱਚ ਇਹ ਹੀ ਆ ਕਿ ਇਹੋ ਜਿਹਾ ਸਮਾਜ, ਇਹੋ ਜਿਹੀ ਦੁਨੀਆ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਵੇ, ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ। ਅਤੇ ਉਹ ਹੋਣਾ ਕਿੱਦਾਂ? ਉਹ ਤਦੇ ਹੀ ਹੋ ਸਕਦਾ ਜੇ ਤੁਸੀਂ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਜੇ ਤੁਸੀਂ ਆਪਣੇ ਆਪ ਨੂੰ ਸਿੱਖਿਅਤ ਕਰੋਗੇ, ਆਪਣੇ ਆਪ ਨੂੰ ਨੌਲੇਜ ਗਿਆਨਵਾਨ ਬਣਾਓਗੇ, ਕਿਰਤ ਕਰਕੇ, ਮਿਹਨਤ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਓਗੇ, ਆਪਣੀ ਜ਼ਿੰਦਗੀ ਨੂੰ ਤਰੱਕੀ ਵੱਲ ਲੈ ਕੇ ਜਾਓਗੇ, ਤਾਂ ਤੁਹਾਡੀ ਸਾਰੇ ਦੁੱਖਾਂ ਦਾ ਤੇਰਾ ਅੰਤ ਹੋ ਜੂ। ਹੁਣ ਤੁਸੀਂ ਦੇਖੋ ਅਸੀਂ ਕੀ ਕਰਦੇ ਹਾਂ, ਅਸੀਂ ਬੇਗਮਪੁਰਾ ਕਹਿ ਕੇ ਅਤੇ ਅਸੀਂ ਕਹਿੰਦੇ ਸਾਨੂੰ ਪਾਰਟੀ ਸਾਡੀ ਜਿਤਾਓ, ਅਸੀਂ ਤੁਹਾਨੂੰ ਰਾਜ ਦੇਵਾਂਗੇ ਵਧੀਆ, ਬੇਗਮਪੁਰਾ ਰਾਜ ਲਓ ਜੀ। ਉਹ ਇੱਕ ਬੇਵਕੂਫ ਬਣਾਉਣ ਦਾ ਇੱਕ ਤਰੀਕਾ ਆ ਸਾਨੂੰ। ਜੇ ਤੁਹਾਡੀ ਲਾਈਫ ਦੇ ਵਿੱਚ ਤਰੱਕੀ ਹੋਈ, ਤੁਹਾਡੀ ਲਾਈਫ ਦੇ ਵਿੱਚ ਖੁਸ਼ੀ ਹੋਈ, ਤੁਹਾਡੀ ਲਾਈਫ ਦੁੱਖਾਂ ਤੋਂ ਰਹਿਤ ਹੋਈ, ਤਾਂ ਤੁਹਾਨੂੰ ਕਿਤੇ ਬੇਗਮਪੁਰੇ ਜਾ ਕੇ ਵਸਣ ਦੀ ਲੋੜ ਪੈਣੀ, ਤੁਹਾਨੂੰ ਇਹੋ ਜਿਹੇ ਦੇਸ਼ ਵਿੱਚ ਜਾ ਕੇ ਵਸਣ ਦੀ ਲੋੜ ਪੈਣੀ ਜਿੱਥੇ ਕਿਤੇ ਸਭ ਕੁਛ ਹੈਗਾ, ਮਤਲਬ ਕੋਈ ਦੁੱਖ ਤਕਲੀਫ ਨਾ ਹੋਵੇ। ਕੋਈ ਇਹੋ ਜਿਹਾ ਦੇਸ਼ ਹੈਗਾ ਜਿੱਥੇ ਕੋਈ ਦੁੱਖ ਤਕਲੀਫ ਹੈ ਨਹੀਂ ਗੀ। ਮੈਂ ਇੰਗਲੈਂਡ ਵਿੱਚ ਬੈਠਾ, ਫਿਰ ਵੀ ਦੁੱਖਾਂ ਤਕਲੀਫਾਂ ਦੇ ਵਿੱਚ ਘਿਰੇ ਹੋਏ ਹਾਂ। ਮਤਲਬ ਕਹਿਣ ਦਾ ਇਹੀ ਕਿ ਜਿੱਥੇ ਵੀ ਤੁਸੀਂ ਹੈਗੇ, ਆਪਣੀ ਜ਼ਿੰਦਗੀ ਨੂੰ ਬੇਗਮਪੁਰਾ, ਮਤਲਬ ਬੇਗਮ ਜ਼ਿੰਦਗੀ ਨੂੰ ਬਣਾਉਣਾ। ਅਸੀਂ ਕੋਈ ਸ਼ਹਿਰ ਨਹੀਂ ਬਣਾਉਣਾ ਜਿਹਦੇ ਵਿੱਚ ਅਸੀਂ ਜਾ ਕੇ ਰਹਿਣ ਲੱਗ ਪੈਣਾ। ਜਿਹੜਾ ਤੁਹਾਨੂੰ ਇਹ ਕਹਿੰਦਾ ਨਾ ਕਿ ਅਸੀਂ ਤੁਹਾਨੂੰ ਬੇਗਮਪੁਰਾ ਬਣਾ ਕੇ ਦੇਣਾ ਅਤੇ ਤੁਸੀਂ ਆ ਜਾਓ ਉੱਥੇ ਆ ਰਹਿਣਾ ਜਾ ਕੇ, ਤੁਹਾਨੂੰ ਸਿਰਫ ਬੇਵਕੂਫ ਬਣਾਉਂਦਾ, ਹੋਰ ਕੁਛ ਨਹੀਂ ਕਰਦਾ। ਮੈਂ ਇੰਨੀ ਗੱਲ ਕਰਨੀ ਸੀ ਅੱਜ, ਜ਼ਰੂਰੀ ਸੀਗੀ, ਮੇਰੇ ਮਨ ਦੇ ਵਿੱਚ ਸੀਗੀ। ਕੁਛ ਵੀ ਗੱਲ ਗਲਤ ਕਹਿ ਹੋਗੀ ਤਾਂ ਪਹਿਲੇ ਮਾफ़ ਕਰ ਦਿਓ ਪਲੀਜ਼। ਕੋਈ ਮੇਰਾ ਮਕਸਦ ਨਹੀਂ ਹੋਇਆ ਕਿਸੇ ਨੂੰ ਤਾਂ ਗਲਤ ਕਹਿਣਾ ਜਾਂ ਕਿਸੇ ਨੂੰ ਹਰਟ ਕਰਨਾ, ਪਰ ਮੈਂ ਆਪਣੀ ਸਮਝ, ਆਪਣੀ ਸੋਚ ਔਰ ਆਪਣੀ ਜਿਹੜੀ ਮੇਰੀ ਪੜ੍ਹਾਈ ਦੇ ਹਿਸਾਬ ਦੇ ਨਾਲ ਜੋ ਮੈਂ ਸਿੱਖਿਆ ਸਮਝਿਆ, ਉਹਦੇ ਹਿਸਾਬ ਨਾਲ ਮੈਂ ਗੱਲ ਕਰਦਾ। ਔਰ ਗੱਲ ਹਜੇ ਕਲੀਅਰ ਹੁੰਦੀ ਨਹੀਂ, ਕੋਈ ਗੱਲ ਨਹੀਂ, ਜਿੰਨਾ ਵੀ ਟਾਈਮ ਹੈਗਾ, ਜੋ ਵੀ ਹੈ, ਜਿੰਨਾ ਵੀ ਆਉਣ ਵਾਲੇ ਸਮੇਂ ਜਿੰਨੀ ਵੀ ਹੈਲਪ ਹੋਊਗੀ ਜਾਂ ਮੇਰੇ ਕੋਲ ਜਿੰਨੀ ਮਿਹਨਤ ਹੋਊਗੀ, ਮੈਂ ਕਰਕੇ ਆਪਣੇ ਸਮਾਜ ਤੱਕ ਗੱਲ ਪਹੁੰਚਾਉਂਦਾ ਰਹੂੰਗਾ। ਸਮਾਜ ਨੂੰ ਲੋੜ ਹੈਗੀ ਹਰ ਇੱਕ ਤਰ੍ਹਾਂ ਦੇ ਲੋਕਾਂ ਦੀ, ਹਰ ਇੱਕ ਤਰ੍ਹਾਂ ਦੇ ਬੰਦੇ ਦੀ। ਸੋ ਜੇ ਕੁਛ ਗਲਤ ਕਹਿ ਹੋ ਗਿਆ ਹੋਵੇ ਤਾਂ ਮਾफ़ ਕਰਨਾ।
ਥੈਂਕ ਯੂ ਵੈਰੀ ਮਚ। ਜੈ ਗੁਰਦੇਵ, ਸਤਿ ਸ੍ਰੀ ਅਕਾਲ। ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ। ਥੈਂਕ ਯੂ ਜੀ। ਮੇਰੇ ਇਸ ਚੈਨਲ DTV ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਕਿ ਮੈਂ ਇਹੋ ਜਿਹੇ ਪ੍ਰੋਗਰਾਮ ਇੱਥੋਂ ਬੈਠ ਤੋਂ ਬੈਠਾ ਹੀ ਕਰੀ ਜਾਵਾਂ ਹਜੇ ਜਦ ਤੱਕ ਜ਼ਿੰਦਗੀ ਹੈਗੀ ਆ। ਕੋਈ ਪੈਸਾ ਨਹੀਂ ਚਾਹੀਦਾ, ਕੋਈ ਮੈਨੂੰ ਕੁਛ ਨਹੀਂ ਚਾਹੀਦਾ, ਸਿਰਫ ਇੱਕ ਇਹ ਆ ਮਨ ਦੀ ਆਸ ਆ ਕਿ ਜੋ ਸਿੱਖਿਆ, ਜੋ ਮੈਂ ਸਮਝਿਆ ਉਹ ਸਭ ਤੱਕ ਪਹੁੰਚਾਇਆ ਜਾਵੇ। ਥੈਂਕ ਯੂ ਵੈਰੀ ਮਚ। ਜੈ ਗੁਰਦੇਵ, ਸਤਿ ਸ੍ਰੀ ਅਕਾਲ।